सतनाम सतनाम श्री वाहिगुरु। तू मेरो मेर पर्वत स्वामी ओट गही मैं तेरी। ना तुम डोलो ना हम गिरते रख लीनी हर मेरी। जाचक मंगे दान देह प्यारिया देवन हार दातार मैं नित चितारिया। निखुट न जाई मूल निखुट न जाई मूल अतुल भंडारिया। नानक शब्द पार तिन सब किश सारिया। ना तुम भुली ना भुलावी ना विसरी ना विसारी जी। भुली ना भुलावी ना विसरी ना विसारी जी। ना तुम भुली ना भुलावी ना विसरी ना विसारी जी। ना तुम भुली जपो कोई रसना वासी न रहे। बोलो जी अखा बंद करके चौकड़े ला के सारे बोलो
Thank you.
परदेसन मेरी जिंदड़िए गीत गुरां को गाउंदी रहो परदेसन मेरी जिंदड़िए गीत गुरां को गाउंदी रहो परदेसन मेरी जिंदड़िए परदेसन मेरी जिंदड़िए गीत गुरां दे गाउंदी रहो मेरी जिंदड़िए अरदासां ते अरजोइयां कर अरदासां ते अरजोइयां कर रुसिया साईं मनाउंदी रहो अरदासां ते अरजोइयां कर रुसिया साईं मनाउंदी रहो अरदासां ते अरजोइयां कर मनाउंदी रहो अरदासां ते अरजोइयां कर रुसिया साईं मनाउंदी रहो अरदासां ते अरजोइयां कर मनाउंदी रहो अरदासां ते अरजोइयां कर रुसिया साईं मनाउंदी रहो अरदासां ते अरजोइयां कर सिर दुखां के दुख देह नाम संतोखिया उतरे मन की भुख। सतगुरां दी साजी नवाजी गुरु प्यारी गुरु सवारी गुरु का खास रूप गुरु खालसा सत्संग जी एक बारी सारे रसना पवित्र करो। सतगुरु जी की बख्शिश दोहराओ प्यार नाल फतेह बुलाओ। कोई रसना वांझी ना रवे बुलंद आवाज विच आखो जी वाहिगुरु जी का खालसा वाहिगुरु जी की फतेह। भवानीगढ़ विच कई सालां तो गुरमत समागम हुंदा आ रहा है। इस बारी फिर गुरु मान्यो ग्रंथ चेतना समागम दे विच पहले दिन आपां सारे सतगुर दे चरनां विच हाजरियां भर रहे। जिन्ना भी समा गुरु साहब सच्चे पातशाह बख्शिश करदे ने मन बिरतियां नूं एकाग्र करके बैठण दा यतन करिए। जिन्ना समा सतगुरु दी याद विच गुजरदा है वो लेखे पैंदा है। भई प्राप्त मानुख दे हुरिया गोबिंद मिल की तेरी बरिया। अवर काज तेरे कितै न काम मिल साध संगत भज केवल नाम। आही समा लेखे च नहीं ते
ਆਪਾਂ ਰੋਜ਼ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ। ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ, ਲੇਖਾ ਰੱਬ ਮਗੇਸੀਆ ਤੂੰ ਆਹੋ ਕਿਹੜੇ ਕੰਮ। ਇੱਕ ਦਿਨ ਹਿਸਾਬ ਕਿਤਾਬ ਹੋਣਾ ਆਇਆ, ਕੀ ਕਰਨ ਸੈ ਕੀਤਾ ਕੀ। ਚਾਰ ਪੈਰ ਸੌਂ ਕੇ ਲੰਘਾ ਦਿੱਤੇ, ਚਾਰ ਪੈਰ ਕੰਮ ਕਰ ਕਰਦਿਆਂ ਖਾਂਦਿਆਂ ਪੀਂਦਿਆਂ ਲੰਘਾ ਦਿੱਤੇ। ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਲੰਘ ਜਾਂਦੀ। ਅਗਰ 60 ਸਾਲ ਦੀ ਉਮਰ ਹੈ, ਅੱਧੀ ਤੇ ਸੁੱਤਿਆਂ ਦੀ ਵੀ ਲੰਘ ਜਾਂਦੀ। ਤਕਰੀਬਨ ਅੱਧੀ ਉਮਰ ਸੁੱਤਿਆਂ ਦੀ ਬਤੀਤ ਹੋ ਜਾਂਦੀ। ਇਸ ਕਰਕੇ ਅਸਲੀ ਲਾਹਾ ਜਿਹੜਾ ਲੈਣ ਵਾਸਤੇ ਆਏ ਸਾ ਉਹ ਭੁੱਲ ਗਏ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਬੀਰ ਸਾਹਿਬ ਵੀ ਕਹਿੰਦੇ ਨੇ, ਕਬੀਰ ਏਕ ਅਚੰਭੋ ਦੇਖਿਓ ਹੀਰਾ ਹਾਟ ਬਕਾਏ, ਵਣਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਅਚੰਭਾ ਵੇਖਿਆ, ਅਸਚਰਜ ਗੱਲ, ਅਨੋਖੀ ਗੱਲ ਵੇਖੀ। ਕਬੀਰ ਸਾਹਿਬ ਕਹਿੰਦੇ ਕੀ ਵੇਖੀ? ਇੱਕ ਦੁਕਾਨ ਤੇ ਹੀਰਾ ਵਿਕਦਾ ਹੈ। ਜਿਹੜਾ ਵੇਚਣ ਵਾਲਾ ਹੈ ਉਹਨੇ ਕੀਮਤ ਦੱਸੀ, ਖਰੀਦਣ ਵਾਲਾ ਕਹਿੰਦਾ ਮੈਂ ਖਰੀਦ ਨਹੀਂ ਸਕਦਾ, ਮੇਰੇ ਤੋਂ ਬਾਹਰ ਆ ਕੰਮ ਹੈ, ਮੇਰੇ ਵੱਸ ਦੀ ਗੱਲ ਨਹੀਂ। ਵਣਜਣ ਹਾਰੇ ਬਾਹਰ, ਇਹਦੀ ਕੀਮਤ ਬਹੁਤ ਜ਼ਿਆਦਾ ਹੈ, ਮੈਂ ਖਰੀਦ ਨਹੀਂ ਸਕਦਾ। ਪਰ ਅਚੰਭਾ ਇਹ ਵੇਖਿਆ ਵੀ ਵੇਚਣ ਵਾਲਾ ਕਰੋੜਾਂ ਦੀ ਵਸਤੂ ਨੂੰ ਕਹਿੰਦਾ ਕੌਡੀਆਂ ਦੇ ਭਾਅ ਹੀ ਲੈ ਜਾ। ਸਤਿਨਾਮ, ਕੌਡੀਆਂ ਦੇ ਭਾਅ ਹੀ ਲੈ ਜਾ। ਇਸੇ ਤਰ੍ਹਾਂ ਕਹਿੰਦੇ ਇਹ ਅਚੰਭਾ ਹੈ। ਵੇਖਿਆ, ਹੈਰਾਨ ਹੋਏ ਸੰਸਾਰ ਦੀ ਮੰਡੀ 'ਚ ਕਿ ਇੱਕ ਸਵਾਸ ਕਿੰਨਾ ਮੋਲਕ ਹੈ, ਕਿੰਨੀ ਇਹਦੀ ਕੀਮਤ ਹੈ। ਪਰ ਏਦਾਂ ਹੀ ਬਤੀਤ ਹੋ ਰਹੇ ਨੇ 24 ਘੰਟਿਆਂ 'ਚ 24,000 ਸਵਾਸ ਆ ਰਹੇ। ਤੇ ਜਿਹੜੇ ਕੰਮ ਕਰਨੇ ਆ ਇਹਨਾਂ ਸਮਿਆਂ ਦੇ ਵਿੱਚ, ਇਸ ਜਿਵੇਂ 24 ਘੰਟਿਆਂ 'ਚ ਕਿੱਦਾਂ ਦੇ ਕਰਮ ਨੇ ਉਹਨਾਂ ਵੱਲ ਝਾਤੀ ਮਾਰ ਕੇ ਵੇਖੀਏ। ਕਈ ਲੋਕ ਡਾਇਰੀ ਲਿਖਦੇ ਨੇ, ਸ਼ਾਮ ਤੱਕ ਅਰਦਾਸ ਕੀਤੀ ਹੋਈ ਹੈ ਵੀ ਜੋ 24 ਘੰਟਿਆਂ 'ਚ ਕੰਮ ਕਰਨੇ ਨੇ ਸ਼ਾਮ ਨੂੰ ਲਿਖਣੇ ਨੇ ਵੀ ਅੱਜ ਆ ਵੀ ਕੀਤਾ, ਆ ਵੀ ਕੀਤਾ, ਆ ਵੀ ਕੀਤਾ। ਮਾੜਾ ਵੀ ਲਿਖਣਾ, ਚੰਗਾ ਵੀ ਲਿਖਣਾ। ਅਰਦਾਸ ਕੀਤੀ ਹੈ ਵੀ ਲਿਖਣਾ ਹੈ, ਮਾੜਾ ਵੀ ਚੰਗਾ ਵੀ। ਅਰਦਾਸ ਕੀਤੀ ਹੈ, ਜੋ ਕਰਾਂਗੇ ਉਹ ਲਿਖਾਂਗੇ 24 ਘੰਟਿਆਂ 'ਚ। ਅੱਜ ਇੰਨੇ ਪਾਠ ਕੀਤੇ, ਇੰਨਾ ਨਿਤਨੇਮ ਕੀਤਾ, ਆ ਮਾੜਾ ਕੀਤਾ, ਚੰਗਾ ਕੀਤਾ। ਉਹ ਹੁਣ ਕਈਆਂ ਦੇ ਸੋਚਦੇ ਨੇ ਕਈ ਵੀ ਜੇ ਮਾੜਾ ਕੰਮ ਕਰਾਂਗੇ ਫਿਰ ਲਿਖਣਾ ਵੀ ਪਏਗਾ, ਸਚਾਈ ਲਿਖਣੀ ਡਾਇਰੀ ਤੇ। ਇਸ ਕਰਕੇ ਕਰੋ ਹੀ ਨਾ ਤਾਂ ਜੋ ਲਿਖਣਾ ਨਾ ਪਵੇ। ਰੋਜ਼ ਦੀ ਰੋਜ਼ ਜਿਹੜਾ ਵੀ ਕੰਮ ਕਰਨੇ ਆ ਲਿਖਣਾ। ਇਦਾਂ ਫਿਰ ਕਹਿੰਦੇ ਮਾੜੇ ਕੰਮਾਂ ਤੋਂ, ਮਾੜੇ ਕਰਮਾਂ ਤੋਂ ਬਚਿਆ ਜਾ ਸਕਦਾ। ਥੋੜੀ ਬਹੁਤ ਰੋਕ ਲੱਗ ਜਾਂਦੀ ਹੈ। ਪਰ ਕਰਮ ਕਿੱਦਾਂ ਦੇ ਨੇ? 100 ਉਲਾਮੇ ਦਿਨ ਹੈ ਕਹਿ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਜਿਹੜੇ ਦਿਨ ਵਾਲੇ ਕੰਮ ਨੇ 100 ਉਲਾਮੇ ਦਿਨ ਹੈ ਕਿ ਸੈਂਕੜੇ ਉਲਾਮੇ ਉਹਨਾਂ ਕੰਮਾਂ ਦੇ ਮਿਲਦੇ ਨੇ। ਰਾਤੀ ਮਿਲਨ ਸਹੰਸ, ਰਾਤ ਵਾਲੇ ਮਾੜੇ ਕਰਮਾਂ ਦੇ ਸੈਂਕੜੇ ਨਹੀਂ ਹਜ਼ਾਰਾਂ ਉਲਾਮੇ ਮਿਲਦੇ ਨੇ। 100 ਉਲਾਮੇ ਦਿਨ ਹੈ ਕਿ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ, ਮਾਲਕ ਦੀ ਸਿਫਤ ਸਲਾਹ ਛੱਡ ਕੇ ਕਰੰਗੀ ਲੱਗਾ ਹੰਸ। ਹੰਸ ਹੀਰੇ ਮੋਤੀਆਂ ਦਾ ਚੋਗ ਚੁਗਣ ਵਾਸਤੇ ਸੰਸਾਰ ਚ ਆਇਆ ਹੈ, ਪਰ ਕਰੰਗਾ ਤੇ ਬਹਿ ਗਿਆ। ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਨਾਮ ਤੋਂ ਬਿਨਾ ਜਿੰਨੇ ਵੀ ਹੇਤ, ਜਿੱਥੇ ਜਿੱਥੇ ਵੀ ਹੇਤ ਪਾ ਲਿਆ, ਜਿੱਥੇ ਜਿੱਥੇ ਮੋਹ ਪਾ ਲਿਆ, ਨਾਮ ਤੋਂ ਬਿਨਾ ਕਹਿੰਦੇ ਇੱਕ ਦਿਨ ਉਹ ਮੋਹ ਤੇਰਾ ਦੁਸ਼ਮਣ ਬਣੇਗਾ। ਜਿੱਥੇ ਜਿੱਥੇ ਮੋਹ ਪਾਏਗਾ ਨਾਮ ਤੋਂ ਬਿਨਾ, ਜਿੱਥੇ ਜਿੱਥੇ ਵੀ ਆਪਣੀ ਸੁਰਤ ਤੇਰੀ ਫਸਦੀ ਜਾਏਗੀ ਉਨਾ ਹੀ ਫਿਰ ਔਖਾ ਹੋਏਗਾ, ਜਿੱਥੇ ਜਿੱਥੇ ਵੀ ਮੋਹ ਪਏਗਾ। ਇਸੇ ਕਰਕੇ ਦਿਨ ਰਾਤ ਦੇ ਉਲਾਮੇ 100 ਮਿਲਦੇ ਨੇ, ਭਗਤੀ ਤੁਰਹੀਣ
ਸਲਾਹਣ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਛੱਡ ਕੇ ਕਰੰਗਾ ਤੇ ਬਹਿ ਗਿਆ ਜਾ ਕੇ। ਮਾੜੇ ਕਰਮ ਕਰਨੇ, ਆਪਣੇ ਆਪ ਨੂੰ ਮਾੜੇ ਕਰਮਾਂ ਵਿੱਚ ਪ੍ਰਵਿਰਤ ਕਰ ਦੇਣਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ ਬਚਿਆ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਜੀਵਨ ਜਾਚ ਦਿੰਦੀ, ਜੀਵਨ ਦਾ ਢੰਗ। ਕਿੰਨਾ ਵੱਡਾ ਸਾਡੇ ਕੋਲ ਇਤਿਹਾਸ ਹੈ, ਜਿਨ੍ਹਾਂ ਵੱਲ ਵੇਖ ਵੇਖ ਕੇ, ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਧਰੂ ਬਾਲਕ ਦਾ ਜ਼ਿਕਰ ਤੁਸੀਂ ਸੁਣਿਆ ਹੈ। ਹੇ ਜਿੰਦੇ ਇਦਾਂ ਨਾਮ ਜਪ, ਰਾਮ ਜਪੋ ਜੀ ਐਸੇ ਐਸੇ। ਕਿਵੇਂ? ਧਰੂ ਪ੍ਰਹਿਲਾਦ ਜਪਿਓ ਹਰ ਜਸ। ਜਿਵੇਂ ਧਰੂ ਨੇ ਜਪਿਆ, ਜਿਵੇਂ ਪ੍ਰਹਿਲਾਦ ਨੇ ਜਪਿਆ, ਇਸ ਤਰੀਕੇ ਸਿਰ ਜਪਣਾ ਕਰ। ਆਪਣੇ ਆਪ ਨੂੰ ਭਗਤ ਕਬੀਰ ਸਾਹਿਬ ਕਹਿੰਦੇ, ਜਿੰਦੇ ਜੇ ਜਪਣਾ ਹੀ ਤੇ ਇਦਾਂ ਜਪ ਜਿਵੇਂ ਉਹਨਾਂ ਨੇ ਜਪਿਆ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜ। ਆਪਣੇ ਪਰਿਵਾਰ ਨੂੰ ਜਿਹੜੇ ਸਾਡੇ ਕਰਮ ਇੰਦਰੇ ਨੇ, ਸਾਡੇ ਗਿਆਨ ਇੰਦਰੇ ਨੇ, ਪ੍ਰਾਣ ਇੰਦਰੇ ਨੇ, ਇਹ ਕਰਮ ਇੰਦਰੇ ਜਿਹੜੇ ਅਸਲੀ ਪਰਿਵਾਰ ਤੇ ਹੈ, ਇਹਨਾਂ ਨੂੰ ਸਤਿਗੁਰੂ ਦੇ ਵੱਲ ਤੋਰ ਦਈਏ। ਅੱਖਾਂ ਨਾਲ ਮਾੜਾ ਨਾ ਵੇਖੀਏ, ਕੰਨਾਂ ਨਾਲ ਮਾੜਾ ਨਾ ਸੁਣੀਏ, ਜੀਭ ਨਾਲ ਮਾੜਾ ਨਾ ਬੋਲੀਏ। ਇਦਾਂ ਹੌਲੀ ਹੌਲੀ ਫਿਰ ਆਪਣੇ ਆਪ ਜੀਵਨ ਬਦਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ। ਥਾਂ ਥਾਂ ਉੱਤੇ ਸਤਿਗੁਰੂ ਜੀ ਨੇ ਸਾਨੂੰ ਜੀਵਨ ਜਾਚ ਦਿੱਤੀ, ਕਿਸ ਤਰੀਕੇ ਸਿਰ ਚੱਲਣਾ, ਪਹਿਨਣਾ ਕਿੱਦਾਂ ਦਾ, ਖਾਣਾ ਕਿੱਦਾਂ ਦਾ, ਬੋਲਣਾ ਕਿਸ ਤਰ੍ਹਾਂ, ਵੇਖਣਾ ਕਿਸ ਤਰ੍ਹਾਂ, ਸੁਣਨਾ ਕੀ ਹੈ, ਸਭ ਕੁਝ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਪਰ ਸੁਣਦੇ ਬਹੁਤ ਆ, ਸਭ ਕੁਝ ਉੱਤੋਂ ਹੀ ਲੰਘ ਜਾਂਦਾ ਹੈ। ਕੋਈ ਵਿਰਲਾ ਵਿਰਲਾ ਹੈ ਜਿਹੜਾ ਨਿਧਿਆਸਨ ਕਰਦਾ ਹੈ, ਜਿਹੜਾ ਉਹਦੇ ਉੱਤੇ ਅਮਲ ਕਰਦਾ। ਪਰ ਅਮਲ ਕਰੀਏ ਤੇ ਗੱਲ ਫੇਰ ਬਣਦੀ। ਸੁਣਿਆ ਮੰਨਿਆ ਮਨ ਕੀਤਾ ਭਾਵੋ, ਅੰਤਰਗਤ ਤੀਰਥ ਮਲ ਨਾਓ। ਅਸਲੀ ਤੇ ਤੀਰਥ ਹੀ ਇਹ ਹੈ, ਸੁਣ ਕੇ ਮੰਨਣਾ। ਏਦੂ ਵੱਡਾ ਕੋਈ ਤੀਰਥ ਨਹੀਂ। ਜੋ ਸੁਣਨੇ ਆ ਉਹਨੂੰ ਆਪਣੀ ਜ਼ਿੰਦਗੀ ਵਿੱਚ ਪੱਲੇ ਬੰਨਣ ਦੀ ਕੋਸ਼ਿਸ਼ ਕਰੀਏ। ਪੱਲੇ ਬੰਨਾਂਗੇ ਤੇ ਤਾਂ ਹੀ ਫਾਇਦਾ ਹੈ, ਨਹੀਂ ਤੇ ਜਿਹੋ ਜਿਹਾ ਸੁਣਿਆ ਜਿਹੋ ਜਿਹਾ ਨਾ ਸੁਣਿਆ, ਸਾਰੀ ਜ਼ਿੰਦਗੀ ਕਈਆਂ ਦੀ ਸੁਣਦਿਆਂ ਦੀ ਲੰਘ ਜਾਂਦੀ ਹੈ। ਬਹੁਤ ਸੰਗਤ ਕੀਤੀ, ਫਲਾਣੇ ਮਹਾਂਪੁਰਸ਼ਾਂ ਕੋਲ ਜਾਂਦੇ ਆ ਜੀ, ਉੱਥੇ ਵੀ ਗਏ, ਉਹਨਾਂ ਦੇ ਬੜੇ ਦੀਵਾਨ ਸੁਣੇ, ਤੇ ਜੇ ਪੁੱਛੋ ਅੰਮ੍ਰਿਤਧਾਰੀ ਹੋ ਗਿਆ, ਗੁਰੂ ਵਾਲਾ ਬਣ ਗਿਆ? ਨਹੀਂ, ਅਜੇ ਮੇਰਾ ਗੁਰੂ ਵਾਲੇ ਬਣਨ ਨੂੰ ਮਨ ਨਹੀਂ ਮੰਨਦਾ, ਅਜੇ ਮੈਂ ਗੁਰੂ ਵਾਲਾ ਨਹੀਂ ਬਣਿਆ, ਅਜੇ ਮੈਂ ਸਿੰਘ ਨਹੀਂ ਸਜਿਆ, ਅਜੇ ਨਿਤਨੇਮ ਨਹੀਂ ਸ਼ੁਰੂ ਕੀਤਾ, ਨਿਤਨੇਮ ਵਿੱਚ ਅਜੇ ਵੀ ਮੈਂ ਕੱਚਾ। ਫਿਰ ਕੀ ਫਾਇਦਾ ਹੋਇਆ? ਅਗਰ ਸੰਗਤ ਕਰੀਏ ਤੇ ਉਹਦੀ ਰੰਗਤ ਵੀ ਚੜ੍ਹਨੀ ਚਾਹੀਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖ ਬਣੀਦਾ। ਥਾਂ ਥਾਂ ਉੱਤੇ ਸਤਿਗੁਰੂ ਜੀ ਨੇ ਗੁਰਮੁਖਾਂ ਦੀ ਸੰਗਤ ਕਰਨ ਦੀ ਤਾਕੀਦ ਕੀਤੀ ਹੈ, ਤੇ ਮਨਮੁਖਾਂ ਦੀ ਸੰਗਤ ਤੋਂ ਬਚਣ ਵਾਸਤੇ ਥਾਂ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ। ਇਸ ਕਰਕੇ ਕਿਸੇ ਵੀ ਤਰੀਕੇ ਦੁਆਰਾ ਜੁੜਿਆ ਜਾ ਸਕਦਾ ਹੈ, ਜੁੜਨ ਦੀ ਕੋਸ਼ਿਸ਼ ਕਰੀਏ। ਕਲਯੁਗ ਦਾ ਸਮਾਂ, ਭਾਗਾ ਵਾਲੇ ਨੇ ਜਿਹੜੇ ਅੱਜ ਦੇ ਸਮੇਂ ਵਿੱਚ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋਏ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਇਸ ਯੁੱਗ ਵਿੱਚ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਸੋ ਕਹੀਅਤ ਹੈ ਸੂਰਾ। ਉਹ ਸੂਰਮੇ ਗਿਣੋ, ਸੂਰਮੇ ਹੀ ਨੇ ਜਿਹੜੇ ਅੱਜ ਦੇ ਸਮੇਂ 'ਚ ਸਵੇਰੇ ਉੱਠ ਪੈਣਗੇ, ਇਸ਼ਨਾਨ ਕਰਨਗੇ, ਨਿਤਨੇਮ ਕਰਨਗੇ, ਸੂਰਮੇ ਹੀ ਕਰਨਗੇ। ਕਲਯੁਗ ਦੇ ਵਿੱਚ ਤੇ ਸੂਰਮੇ ਹੀ ਭਜਨ ਕਰਦੇ, ਸੂਰਮੇ ਹੀ ਨੇ ਜਿਹੜੇ ਬਾਣੀ ਪੜ ਰਹੇ ਨੇ, ਨਿਤਨੇਮ ਕਰਦੇ। ਆਤਮ ਜਿਣੈ ਸਗਲ ਵਸਤਾ ਕਹੇ ਜਾ ਕਾ ਸਤਿਗੁਰ ਪੂਰਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ, ਸਤਿਗੁਰ ਦੀ ਕਿਰਪਾ ਨਾਲ ਹੀ ਨਾਮ ਦਾ ਰੰਗ ਚੜ੍ਹਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵਡ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਐਸਾ ਰੰਗ ਹੈ ਜਿਹੜਾ ਫਿਰ ਮੁੜ ਕੇ ਮੈਲਾ ਨਹੀਂ ਹੁੰਦਾ। ਔਰ ਜੇ ਨਾਮ ਵਿੱਚੋਂ ਰਸ ਆਉਣ ਲੱਗ ਜਾਏ, ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਅਗਰ ਇਹ ਮਹਾਰਸ ਮਿਲ ਜਾਏ, ਇਹਦਾ ਸੁਭਾਅ ਬਣ ਜਾਏ, ਫਿਰ ਬਾਕੀ ਸਾਰੇ ਰਸ ਫਿੱਕੇ ਲੱਗਣ ਲੱਗ ਪੈਂਦੇ। ਠੀਕ ਹੈ, ਦੁਨੀਆ ਵਿੱਚ ਸੁਖ ਨੇ, ਆਨੰਦ ਨੇ, ਪਰ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਅਸਲੀ ਆਨੰਦ ਤੇ ਗੁਰੂ ਤੋਂ ਜਾਣਿਆ ਜਾਏ। ਕੱਪੜਾ ਪਾਇਆ ਆਨੰਦ ਹੈ, ਸੋਹਣਾ ਕੱਪੜਾ ਪਾਇਆ, ਸੋਹਣਾ ਭੋਜਨ ਖਾ ਰਹੇ ਆ, ਆਨੰਦ ਹੈ, ਪਰ ਇਹ ਉਹਨਾਂ ਕੁ ਚਿਰ ਹੈ ਜਿੰਨਾ ਚਿਰ ਖਾ ਰਹੇ ਆ, ਜਿੰਨਾ ਚਿਰ ਕੱਪੜਾ ਪਾਇਆ ਹੈ, ਉਹ ਆਨੰਦ ਘਟੇਗਾ।
पर सतगुरु सच्चे पातशाह जी के चरणों नाल जुड़ के सदीवी आनंद आउंदा, असली आनंद आउंदा, ਉਹਦਾ कोई मुकाबला नहीं। वो आनंद जदों प्राप्त हो जाए फिर दुनियावी सारे रस फिके फिके लगन लग पैंदे ने। कबीर डगमा क्या करे है कहाँ डलावे जियो, सर्व सुख को नायको राम नाम रस पियो। नाम दा रस चखना चाहिए, अपनी जिंदगी च यतन करिए। वेखो प्यारिओ, आपां अज तक पढ़ने आए हैं राजियां ने राज छड्डे, महल माड़ियां छड्डियां, घर बार छड्ड के जंगलां च तुर पए, भजन करन वास्ते कई कई साल लाए, बच्चे छड्ड गए। कुछ ते होएगा जे घर बार छड्ड के तुर पैंदे सी, पदार्थ छड्ड के तुर पैंदे सी, कहंदे सी राज नहीं चाहिदा। भजन करन वाले जिन्हां नूं चरनां दा रस आउण लग पवे ਉਹ ਤੇ ਮੁਕਤੀ ਵੀ ਨਹੀਂ ਮੰਗਦੇ। ਜਿਵੇਂ ਧਰੂ ਨੂੰ ਜਦੋਂ ਪੁੱਛਿਆ ਸੀ ਕਹਿੰਦੇ ਦੱਸ ਤੈਨੂੰ ਚਾਹੀਦਾ ਕੀ ਹੈ, ਰਾਜ ਦੇ ਦੇਣਾ। ਪਰਮੇਸ਼ਰ ਨੇ ਆਖਿਆ ਮੁਕਤੀ ਦੇ ਦੇਣਾ, ਕਹਿੰਦਾ ਕੁਝ ਵੀ ਨਹੀਂ ਚਾਹੀਦਾ, ਚਰਨਾਂ ਨਾਲ ਜੋੜ ਕੇ ਰੱਖੋ। ਪਦਾਰਥਾਂ ਦਾ ਸ਼ਿਖਰ ਹੈ ਰਾਜ, ਦੁਨਿਆਵੀ ਪਦਾਰਥਾਂ ਦਾ ਸ਼ਿਖਰ ਹੈ ਰਾਜ, ਤੇ ਅਧਿਆਤਮਵਾਦੀ ਲੋਕ ਜਿਹੜੇ ਨੇ ਉਹਨਾਂ ਦਾ ਸ਼ਿਖਰ ਹੈ ਮੁਕਤੀ। ਭਜਨ ਕਾਹਦੇ ਲਈ ਕਰਨੇ ਆ, ਪਾਠ ਕਾਹਦੇ ਲਈ ਕਰਨੇ ਆ, ਵੀ ਮੁਕਤ ਹੋ ਜਾਈਏ। ਇਹਦਾ ਸ਼ਿਖਰ ਮੁਕਤੀ ਹੈ ਤੇ ਪਦਾਰਥਾਂ ਦਾ ਸ਼ਿਖਰ ਰਾਜ ਹੈ। ਇਦੋਂ ਅੱਗੇ ਤੇ ਕੁਝ ਹੈ ਹੀ ਨਹੀਂ। ਰਾਜ ਜਿਹਨੂੰ ਮਿਲ ਗਿਆ ਮਗਰ ਕੀ ਰਹਿ ਗਿਆ। ਪਰ ਜਿਹੜੇ ਸਤਿਗੁਰ ਦੇ ਚਰਨਾਂ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ। ਦੋਵਾਂ ਦੀ ਕੋਈ ਲੋੜ ਨਹੀਂ। ਇੱਧਰ ਵੀ ਸਿਰਾ ਹੈ ਰਾਜ, ਪਦਾਰਥਾਂ ਦਾ ਸਿਰਾ ਹੈ ਤਾਂ ਰਾਜ ਨਹੀਂ ਚਾਹੀਦਾ। ਅਧਿਆਤਮਵਾਦੀ ਜਿਹੜੇ ਲੋਕ ਨੇ ਉਹਨਾਂ ਦਾ ਸਿਰਾ ਮੁਕਤੀ, ਕਹਿੰਦੇ ਮੁਕਤੀ ਵੀ ਨਹੀਂ ਚਾਹੀਦੀ, ਕਿਸੇ ਚੀਜ਼ ਦੀ ਇੱਛਾ ਨਹੀਂ। ਇੰਨਾ ਰਸ ਹੈ ਭਜਨ ਵਿੱਚ, ਇੰਨਾ ਆਨੰਦ ਹੈ, ਛੱਡਿਆ ਨਹੀਂ ਜਾ ਸਕਦਾ। ਜੇ ਇੱਕ ਵਾਰੀ ਇਸ ਰਾਹ ਤੇ ਤੁਰ ਪਈਏ ਫਿਰ ਛੱਡਿਆ ਨਹੀਂ ਜਾ ਸਕਦਾ। ਆਪਾਂ ਕਹਿੰਦੇ ਆ ਫਲਾਣਾ ਬੰਦਾ ਜੁੜਿਆ ਟੁੱਟ ਗਿਆ, ਜਿਹੜਾ ਟੁੱਟਿਆ ਉਹ ਕਦੇ ਜੁੜਿਆ ਨਹੀਂ ਸੀ, ਅੰਦਰੋਂ ਜੁੜਿਆ ਕਦੇ ਨਹੀਂ ਟੁੱਟ ਸਕਦਾ। ਉਹਨੂੰ ਰਸ ਨਹੀਂ ਆਇਆ ਹੋਣਾ, ਉਹਨੇ ਕੱਲੀ ਸ੍ਰੀ ਸਾਹਿਬ ਹੀ ਪਾਈ ਹੋਣੀ ਹੈ, ਉਹਨੇ ਦਾੜਾ ਹੀ ਰੱਖਿਆ ਹੋਣਾ, ਭਜਨ 'ਚ ਨਹੀਂ ਕਦੇ ਬੈਠਾ ਹੋਣਾ। ਜਿਹੜਾ ਬੰਦਾ ਨਿਤਨੇਮੀ ਪੱਕਾ ਹੈ, ਭਜਨ ਵਿੱਚ ਬਹਿਣ ਲੱਗ ਪਿਆ, ਜਿਹਨੂੰ ਰਸ ਆਉਣ ਲੱਗ ਪਿਆ, ਉਹ ਕਦੇ ਨਹੀਂ ਛੱਡ ਸਕਦਾ ਭਾਵੇਂ ਜੋ ਮਰਜ਼ੀ ਹੋ ਜਾਏ। ਉਹਨਾਂ ਨੂੰ ਤੇ ਚਰਖੜੀਆਂ ਨਹੀਂ ਛਡਾ ਸਕੀਆਂ, ਰੰਬੀਆਂ ਨਹੀਂ ਛਡਾ ਸਕੀਆਂ, ਆਰੇ ਨਹੀਂ ਛਡਾ ਸਕੇ। ਇਹ ਐਸਾ ਰਸ ਹੈ, ਐਸਾ ਆਨੰਦ ਹੈ ਜਿਹੜਾ ਇੱਕ ਵਾਰੀ ਪ੍ਰਾਪਤ ਹੋ ਜਾਏ ਫਿਰ ਛੱਡਿਆ ਨਹੀਂ ਜਾ ਸਕਦਾ ਭਾਵੇਂ ਜੋ ਮਰਜ਼ੀ ਹੋ ਜਾਏ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਏ। ਭਗਤ ਸੈਣ ਜੀ ਸਨ ਜਿਹੜੇ, ਉਹ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਭਗਤੀ ਆਰੰਭ ਕੀਤੀ। ਵੀ ਛੋਟੀਆਂ ਜਾਤਾਂ ਵਾਲੇ ਵੀ ਨਾਮ ਜਪ ਸਕਦੇ ਨੇ। ਪਹਿਲੇ ਸਮਿਆਂ 'ਚ ਤੇ ਇਹੀ ਸੀ ਨਾ ਵੀ ਛੋਟੀਆਂ ਜਾਤਾਂ ਵਾਲੇ ਨਾਮ ਨਹੀਂ ਜਪ ਸਕਦੇ, ਭਜਨ ਨਹੀਂ ਕਰ ਸਕਦੇ। ਅਧਿਕਾਰ ਹੀ ਇਕੱਲੇ ਬ੍ਰਾਹਮਣਾਂ ਨੂੰ ਹੈ, ਪਾਠ ਭਜਨ ਕਰਨ ਦਾ ਬਾਕੀ ਨਹੀਂ ਕੋਈ ਕਰ ਸਕਦਾ। ਪਰ ਭਗਤ ਸੈਣ ਜੀ ਨੇ ਸੁਣਿਆ, ਆਖਿਆ ਉਹ ਜਪ ਰਹੇ ਨੇ ਤੇ ਮੈਂ ਕਿਉਂ ਨਹੀਂ ਜਪ ਸਕਦਾ। ਮੇਰੀ ਨਾਈ ਬਰਾਦਰੀ ਹੈ ਤੇ ਉਹ ਜੇ ਜਪ ਸਕਦੇ ਨੇ ਤੇ ਮੈਂ ਕਿਉਂ ਨਹੀਂ ਜਪ ਸਕਦਾ। ਉਹਨਾਂ ਨੇ ਵੀ ਭਜਨ ਆਰੰਭ ਕਰ ਦਿੱਤਾ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਉਹ ਕਰਦੇ ਕੀ ਸੀ? ਰਾਜੇ ਦੇ ਦਰਬਾਰ 'ਚ ਜਾ ਕੇ ਸੇਵਾ ਕਰਨੀ, ਮੁੱਠੀ ਚਾਪੀ ਕਰਨੀ, ਰਾਜੇ ਦੀਆਂ ਲੱਤਾਂ ਕੁੱਟਣੀਆਂ, ਉਹਦੇ ਨਹੁੰ ਕੱਟਣੇ, ਉਹਨੂੰ ਇਸ਼ਨਾਨ ਕਰਾਉਣਾ, ਰਾਜੇ ਦੀ ਸੇਵਾ ਕਰਨਾ। ਉਹਨਾਂ ਨੇ ਆਖਿਆ ਆਪਣਾ ਕੰਮ ਵੀ ਕਰਨਾ ਹੈ ਤੇ ਡਿਊਟੀ ਵੀ ਕਰਨੀ ਹੈ। ਤਵੱਜੋ ਦਿਓ, ਪਹਿਲੇ ਨੰਬਰ ਤੇ ਕਰਮ ਜੋਗੀ ਬਣੋ। ਜਿਹੜਾ ਬੰਦਾ ਕਰਮ ਜੋਗੀ ਨਹੀਂ, ਉਹ ਦੂਸਰਾ ਕੋਈ ਜੋਗ ਨਹੀਂ ਕਮਾ ਸਕਦਾ। ਆਪਣੇ ਕੰਮ ਪ੍ਰਤੀ ਵਫਾਦਾਰ ਹੋਣਾ ਇਹ ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ। ਕਈ ਬੰਦੇ ਮੈਂ ਵੇਖੇ ਨੇ ਆਪਣੇ ਕੰਮ ਤੋਂ ਹਮੇਸ਼ਾ ਭੱਜਦੇ ਰਹਿੰਦੇ, ਉਹਨਾਂ ਦਾ ਕਦੇ ਡੱਕਾ ਤੋੜਨ ਨੂੰ ਦਿਲ ਨਹੀਂ ਕਰਦਾ। ਚਾਹੁੰਦੇ ਸਾਰਾ ਕੁਝ, ਸਭ ਕੁਝ ਆਏ ਪਰ ਹੱਥ ਨਾ ਹਿਲਾਉਣਾ ਪਵੇ, ਸਾਨੂੰ ਮਿਹਨਤ ਨਾ ਕਰਨੀ ਪਵੇ। ਸਤ ਸੰਗਤ, ਇਹ ਬਹੁਤ ਸਾਡੀ ਬਦਕਿਸਮਤੀ ਹੈ। ਆਪਾਂ ਵਿਦੇਸ਼ਾਂ ਵਿੱਚ ਵੇਖਦੇ ਆ, ਬੱਚਾ ਬੱਚਾ ਕੰਮ ਕਰਦਾ ਉੱਥੇ। ਉਹ ਕਿਰਤ ਪ੍ਰਧਾਨ ਦੇਸ਼ ਹੈ, ਇਹ ਕਿਰਤ ਪ੍ਰਧਾਨ ਧਰਮ ਹੈ ਸਾਡਾ। ਵਿਦੇਸ਼ਾਂ ਵਿੱਚ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ, ਨਹੀਂ ਤੇ ਸਰਦਾ ਹੀ ਨਹੀਂ। ਤਕਰੀਬਨ ਸਭ ਲੋਕ ਕੰਮ ਕਰਦੇ, ਸਾਰਾ ਸਾਰਾ ਦਿਨ ਉਹਨਾਂ ਨੇ 8-8 10-10 ਘੰਟੇ, ਭਾਵੇਂ ਬੀਬੀ ਭਾਵੇਂ ਭਾਈ, ਉਹਨਾਂ ਨੂੰ ਡਿਊਟੀਆਂ ਕਰਨੀਆਂ ਹੀ ਪੈਂਦੀਆਂ। ਜਿਹੜਾ ਬੰਦਾ ਕਰਮ ਜੋਗੀ ਨਹੀਂ, ਆਪਣੇ ਕਰਮ ਪ੍ਰਤੀ ਵਫਾਦਾਰ ਨਹੀਂ, ਉਹ ਦੂਸਰਾ ਕੋਈ ਜੋਗ ਨਹੀਂ ਕਮਾ ਸਕਦਾ। ਆਪਣੇ ਕੰਮ ਪ੍ਰਤੀ ਵਫਾਦਾਰ ਹੋਣਾ ਲਾਜ਼ਮੀ।
मैं तो इत्थों तक भी कहना कि काम नूं भी इन्ने प्यार नाल करो कि वह भी आखे भी इन्ने मैनू कीता है, इन्ने प्यार नाल। जिस काम नूं हथ पाओ उन्होंने बड़े प्यार नाल करो, जिस काम विच भी पैंदे काम प्रति वफादार होना, कर्म जोगी बनना। हुण राजे दे दरबार च नौकरी भी करनी ते भगती भी करनी। शाम नूं चौंकड़ा मार के बह जाना, थोड़ा आराम करके सवेरे फिर बैठना, और दिने राजे दे दरबार च जाके नौकरी करनी। सारा सारा दिन ਉਹਦੇ राजे दे को आले दुआले रहना, लत्तां घुटनियां, सेवा करनी, सवेरे इशनान कराउणा, रोज दा काम सी। कहंदे ने एक दफा महापुरख आ गए, कोई महात्मा चलदे चलदे वो आके आखन लगे, सैन जी प्रशादा पानी छकना है। धन भाग साडे छकाया जल पानी सेवा कीती। उदों बाद वो आखन लगे, सैन जी तेरे घर जल पानी छकिया, हुण कुछ समा कीर्तन भगती भी करिए। चाह चढ़ गया, शुक्र है, कीर्तन करिए, होर की चाहिए, भजन करिए। कीर्तन विच किसे किसे दा ही मन लगदा है, भी भागां वाला ही हुंदा है। कोई जदों अंदरों ठीक होण लगदा है ना मनुख, मैं बड़ी बार अर्ज कीती है, ਜਿਹੜਾ ਬੰਦੇ ਦਾ ਤਨ ਰੋਗੀ ਹੈ ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਜਿਹਦਾ ਮਨ ਰੋਗੀ ਹੈ ਉਹਨੂੰ ਭਜਨ ਚੰਗਾ ਨਹੀਂ ਲੱਗਦਾ। ਜੇ ਬੰਦਾ ਹਸਪੀਟਲ 'ਚ ਜਾਂਦੇ ਹੋ ਪਤਾ ਲੈਣ, ਜੇ ਕੋਈ ਆਖੇ ਨਾ ਵੀ ਇੱਕ ਰੋਟੀ ਖਾਧੀ ਅੱਜ ਮਰੀਜ਼ ਨੇ, ਤੇ ਆਪਾਂ ਕਹਿਣ ਲੱਗ ਪੈਂਦੇ ਆ ਥੋੜਾ ਅੱਗੇ ਨਾਲੋਂ ਠੀਕ ਹੋਣਾ ਸ਼ੁਰੂ ਹੋ ਗਿਆ। ਰੱਜ ਕੇ ਜਦੋਂ ਰੋਟੀ ਖਾਏਗਾ ਆਪਾਂ ਕਹਾਂਗੇ ਬਿਲਕੁਲ ਠੀਕ ਹੈ ਜੀ, ਬਿਲਕੁਲ ਰੱਜ ਕੇ ਰੋਟੀ ਖਾਂਦਾ। ਜਿਹੜਾ ਬੰਦਾ ਘੰਟਾ ਵੀ ਕਥਾ ਕੀਰਤਨ ਖੁਸ਼ ਹੋ ਕੇ ਸੁਣਦਾ, ਆਪਾਂ ਇੱਥੇ ਅੱਜ ਜਿੰਨੇ ਬੈਠੇ ਆ ਇਹਦਾ ਮਤਲਬ ਇਹ ਹੈ ਵੀ ਥੋੜੇ ਬਹੁਤ ਠੀਕ ਹੋਣੇ ਸ਼ੁਰੂ ਹੋ ਗਏ। ਥੋੜਾ ਬਹੁਤ ਤੇ ਚੰਗਾ ਲੱਗਦਾ, ਮਨ ਠੀਕ ਹੋ ਰਿਹਾ। ਜਿੱਦਣ ਬਿਲਕੁਲ ਹੀ ਬਚ ਨਾ ਸਕਾਂਗੇ ਕੀਰਤਨ ਬਿਨਾ, ਸਤ ਸੰਗਤ ਬਿਨਾ, ਉਦਣ ਸਮਝ ਲਓ ਵੀ ਬਿਲਕੁਲ ਠੀਕ ਹੋ ਗਏ। ਜਿੱਦਣ ਭੋਜਨ ਬਣ ਜਾਏਗਾ ਕੀਰਤਨ, ਅਖੰਡ ਕੀਰਤਨ ਤਿੰਨ ਭੋਜਨ ਜੂਰਾ। ਜਿੱਦਣ ਕੀਰਤਨ ਭੋਜਨ ਬਣ ਜਾਏਗਾ, ਸਤ ਸੰਗਤ ਬਿਨਾ ਅਸੀਂ ਬਚ ਨਹੀਂ ਸਕਦੇ, ਇਹ ਬਿਰਤੀ ਬਣ ਜਾਏਗੀ ਜਿੱਦਣ, ਅਸਲ ਗੱਲ ਉਦਣ ਬਣੇਗੀ। ਸੋ ਜਿਹੜੇ ਬੰਦੇ ਦਾ ਤਨ ਰੋਗੀ ਹੈ ਉਹਨੂੰ ਭੋਜਨ ਸਵਾਦ ਨਹੀਂ ਲੱਗਦਾ, ਜਿਹਦਾ ਮਨ ਰੋਗੀ ਹੈ ਉਹਨੂੰ ਭਜਨ ਸਵਾਦ ਨਹੀਂ ਲੱਗਦਾ। ਉਹਨੂੰ ਸਤ ਸੰਗਤ ਵਿੱਚ ਆਉਣਾ, ਬਾਣੀ ਪੜ੍ਹਨੀ, ਸਤਿਗੁਰ ਦੇ ਚਰਨਾਂ 'ਚ ਜੁੜਨਾ ਬਿਲਕੁਲ ਪਸੰਦ ਨਹੀਂ। ਉਹ ਆਖਣ ਲੱਗੇ ਕੀਰਤਨ ਕਰੀਏ, ਚੱਲ ਸੈਣ ਚਾਹ ਚੜ ਗਿਆ, ਚਲੋ ਬਈ ਕੀਰਤਨ ਵਿੱਚ ਹਾਜ਼ਰੀ ਭਰੀ। ਨਹੀਂ ਤੇ ਆਮ ਵੇਖਦੇ ਆ ਅਸੀਂ ਪਰਮੇਸ਼ਰ ਦੁਆਰ ਵੇਖਦੇ ਹੀ ਆ, ਐਤਵਾਰ ਨੂੰ ਕਿੰਨੀ ਸੰਗਤ ਆਉਂਦੀ। ਤੇ ਮੈਂ ਉੱਥੇ ਕਹਿੰਦਾ ਹੀ ਰਹਿੰਦਾ ਵੀ ਐਤਵਾਰ ਕੀਰਤਨ ਹੁੰਦਾ ਹੈ ਅੰਦਰ ਦਰਬਾਰ ਸਾਹਿਬ ਵਿੱਚ, ਗਰਮੀਆਂ ਵਿੱਚ ਵੀ ਏਸੀ ਲੱਗੇ ਹੁੰਦੇ ਨੇ, ਤੇ ਉੱਥੇ ਲਗਾਤਾਰ 2, 2.5, 3 ਘੰਟੇ ਕੀਰਤਨ ਹੁੰਦਾ ਹੈ। ਅੰਦਰ ਬੈਠਿਆ ਕਰੋ, ਨਹੀਂ ਬਸ ਲੰਗਰ ਪ੍ਰਸ਼ਾਦਾ ਛਕ ਕੇ ਬਾਹਰ ਹੀ ਗੇੜੇ ਦਿੰਦੇ ਫਿਰਦੇ ਰਹਿਣਗੇ। ਕੋਈ ਉਹੀ ਹੁੰਦਾ ਜਿਹੜਾ ਜਾ ਕੇ ਬੈਠਦਾ ਹੈ ਵੀ ਮੈਂ ਅੱਧਾ ਘੰਟਾ ਜਿੰਨਾ ਸਮਾਂ ਬਵਾਂਗਾ ਲਾਹਾ ਹੈ, ਮੇਰੇ ਪੁੰਨਾਂ 'ਚ ਵਾਧਾ ਹੋਏਗਾ, ਕੁਝ ਸਮਾਂ ਮੈਂ ਲਿਖੇ ਲਾਵਾਂ, ਮੈਂ ਆਇਆ ਵੀ ਆ। ਉਹ ਗੇੜੇ ਹੀ ਦਿੰਦੇ, ਮੱਝਾਂ ਵੇਖਣ ਚੱਲੇ ਵੀ ਮੱਝਾਂ ਤੁਹਾਡੇ ਘਰ 'ਚ ਥੋੜੀਆਂ ਨੇ, ਪਿੰਡਾਂ 'ਚ ਮੱਝਾਂ ਥੋੜੀਆਂ ਨੇ, ਅਸੀਂ ਪਰਮੇਸ਼ਰ ਦੁਆਰ ਮੱਝਾਂ ਵੇਖਣ ਆਏ ਆ। ਮੱਝਾਂ ਕੀ ਵੇਖਣੀਆਂ, ਤੁਸੀਂ ਵੇਖਣ ਵਾਲਾ ਜਿਹੜਾ ਕੰਮ ਹੈ ਉਹ ਵੇਖੋ, ਜੋ ਕਰਨ ਗਏ ਉਹ ਕੰਮ ਕਰੋ। ਉੱਥੇ ਕੀਰਤਨ ਹੋ ਰਿਹਾ ਤੇ ਕੀਰਤਨ ਸੁਣੋ ਬੈਠ ਕੇ, ਉਹ ਘੜੀਆਂ ਉਹ ਸਮਾਂ ਲੇਖੇ 'ਚ ਪੈ ਜਾਏ, ਪਰ ਗੇੜੇ ਹੀ ਦਿੰਦੇ ਫਿਰਦੇ ਰਹਿੰਦੇ ਨੇ ਕਿ ਉਧਰ ਨੂੰ ਚੱਲ ਗਏ, ਉਧਰ ਨੂੰ ਚੱਲ ਗਏ। ਇਹ ਇੱਥੇ ਹੀ ਨਹੀਂ, ਬਹੁਤਿਆਂ ਸਥਾਨਾਂ ਉੱਤੇ ਇਹੀ ਹਿਸਾਬ ਕਿਤਾਬ ਹੈ ਸਾਡਾ। ਤੇ ਸੰਗਤੇ ਜਦੋਂ ਆਖਿਆ ਕੀਰਤਨ ਕਰੀਏ, ਚਾਹ ਚੜ ਗਿਆ, ਸ਼ੁਕਰ ਹੈ। ਚਲੋ ਬਈ ਚੌਂਕੜੇ ਮਾਰ ਲੈ, ਸਾਰਿਆਂ ਨੇ ਅੱਖਾਂ ਬੰਦ ਕਰ ਲਈਆਂ, ਹੱਥਾਂ ਵਿੱਚ ਖੜਤਾਲਾਂ ਫੜ ਲਈਆਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪਰਹੁਣੇ, ਕੀਰਤਨ ਹੋਆ ਰਹਿਣ ਸਮਾਏ। ਗੁਰਮੁਖਾਂ ਦੇ ਘਰ, ਸੰਤਾਂ ਦੇ ਘਰ ਤੇ ਸੰਤ ਹੀ ਪਰਾਉਣੇ ਹੁੰਦੇ। ਸ਼ਰਾਬੀਆਂ ਘਰ ਸ਼ਰਾਬੀ ਪਰਾਉਣੇ ਆਉਂਦੇ ਨੇ, ਜਵਾਰੀਆਂ ਘਰ ਜੂਆ ਖੇਡਣ ਵਾਲੇ ਪਰਾਉਣੇ ਆਉਂਦੇ ਨੇ, ਮਨਮੁਖਾਂ ਦੀਆਂ ਦੋਸਤੀਆਂ ਮਨਮੁਖਾਂ ਨਾਲ ਹੁੰਦੀਆਂ ਨੇ। ਪਰ ਜਿਹੜੇ ਸੱਚਮੁੱਚ ਸਾਧੂ ਨੇ, ਸੱਚਮੁੱਚ ਜਿਹੜੇ ਸੰਤ ਨੇ, ਉਹਨਾਂ ਘਰ ਤੇ ਫਿਰ ਉਦਾਂ ਦੇ ਹੀ ਪਰਾਉਣੇ ਆਉਂਦੇ ਨੇ। ਜੀ ਹੋਆ ਕੀਰਤਨ ਰਹਿਣ ਸਵਾਈ, ਸਾਰੀ ਰਾਤ ਬੈਠੇ ਸੰਤ ਪਰਾਉਣੇ
ਪਰਹੁਣੇ ਕੀਰਤਨ ਹੋਆ ਰੈਣ ਸੁਆਈ। ਛੱਡ ਨਾ ਸਕੈ ਸੰਤ ਜਨ ਰਾਜ ਦੁਆਰ, ਨਾ ਸੇਵ ਕਮਾਈ। ਇੰਨਾ ਰਸ ਕੀਰਤਨ ਵਿੱਚ ਆਇਆ, ਇੰਨੇ ਮਗਨ ਹੋਏ, ਟਾਈਮ ਦਾ ਪਤਾ ਹੀ ਨਾ ਲੱਗਾ। ਹੁਣ ਸਵੇਰੇ 4 ਵਜੇ ਉੱਠ ਕੇ ਰਾਜੇ ਨੂੰ ਇਸ਼ਨਾਨ ਕਰਾਉਣਾ ਹੁੰਦਾ ਸੀ, ਇਹ ਕੀਰਤਨ 'ਚ ਬੈਠੇ ਨੇ ਮਸਤ ਹੋਏ, ਆਪਣੀ ਡਿਊਟੀ ਤੇ ਨਹੀਂ ਗਏ, ਕੀਰਤਨ ਵਿੱਚ ਹੀ ਲੱਗੇ ਰਹੇ, ਬਿਲਕੁਲ ਪਤਾ ਹੀ ਨਾ ਲੱਗਾ ਵੀ ਲੇਟ ਹੋ ਰਿਹਾ। ਉੱਥੇ ਲੰਘ ਗਿਆ ਸਮਾਂ। ਉਧਰ ਪਰਮੇਸ਼ਰ ਨੇ ਸੋਚਿਆ ਵੀ ਇਹ ਤੇ ਬਹਿ ਗਿਆ ਚੌਂਕੜਾ ਮਾਰ ਕੇ, ਸਿਮਰਨ ਕਰ ਰਿਹਾ, ਕੀਰਤਨ ਕਰ ਰਿਹਾ। ਉਧਰ ਰਾਜੇ ਦੀ ਜਾ ਕੇ ਇਹਨੇ ਸੇਵਾ ਕਰਨੀ ਸੀ। ਰਾਜੇ ਨੂੰ ਪਤਾ ਲੱਗਣਾ ਵੀ ਆਇਆ ਹੀ ਨਹੀਂ, ਇਹਦੀ ਛੁੱਟੀ ਹੋ ਜਾਣੀ ਹੈ ਪੱਕੀ। ਕਹਿੰਦੇ ਨੇ ਭਾਈ ਗੁਰਦਾਸ ਜੀ ਦਾ ਬਚਨ ਹੈ, ਸੈਨ ਰੂਪ ਹਰ ਹੋਏ ਕੇ ਆਇਆ ਰਾਣੈ ਨੋ ਰਜਾਈ। ਰਾਜੇ ਨੂੰ ਰਜਾਉਣ ਲਈ, ਰਾਜੇ ਨੂੰ ਖੁਸ਼ ਕਰਨ ਲਈ, ਸੈਣ ਦੇ ਥਾਂ ਤੇ ਡਿਊਟੀ ਕਰਨ ਲਈ ਪਰਮੇਸ਼ਰ ਆਪ ਆ ਗਿਆ। ਸੈਣ ਰੂਪ ਹੋ ਕੇ, ਸੈਣ ਦਾ ਰੂਪ ਧਾਰ ਕੇ ਰਾਜੇ ਨੂੰ ਖੁਸ਼ ਕਰਨ। ਉਹ ਉੱਥੇ ਬੈਠਾ ਹੈ, ਪਰਮੇਸ਼ਰ ਡਿਊਟੀ ਕਰਦਾ। ਸੈਣ ਬਣ ਕੇ ਉਵੇਂ ਹੀ ਇਸ਼ਨਾਨ ਕਰਾਇਆ, ਉਵੇਂ ਹੀ ਲੱਤਾਂ ਘੁੱਟੀਆਂ, ਨਹੁੰ ਕੱਟੇ, ਮੁੱਠੀ ਚਾਪੀ ਕੀਤੀ। ਜਦੋਂ ਲੱਤਾਂ ਘੁੱਟਣੀਆਂ ਸ਼ੁਰੂ ਕੀਤੀਆਂ, ਬੜੇ ਚਿਰ ਦਾ ਦਰਦ ਸੀ, ਉਸੇ ਵੇਲੇ ਬੰਦ ਹੋ ਗਿਆ, ਕਿਉਂਕਿ ਪਰਮੇਸ਼ਰ ਆਪ ਆਇਆ। ਜਦੋਂ ਲੱਤਾਂ ਘੁੱਟੀਆਂ, ਨਾਲ ਦੀ ਨਾਲ ਦਰਦ ਸਦਾ ਲਈ ਬੰਦ। ਬੜਾ ਰਾਜਾ ਖੁਸ਼, ਇੰਨੇ ਪਿਆਰ ਨਾਲ ਸੇਵਾ ਕੀਤੀ ਮੇਰੀ। ਰਾਜੇ ਨੇ ਖੁਸ਼ ਹੋ ਕੇ ਸੈਣ ਦੇ ਗਲ ਵਿੱਚ ਇੱਕ, ਆਪਣੇ ਗਲ ਵਿੱਚੋਂ ਮਾਲਾ ਕੱਢ ਕੇ ਮੋਤੀਆਂ ਦੀ ਉਹਦੇ ਗਲ 'ਚ ਪਾ ਦਿੱਤੀ, ਸੈਣ ਦੇ ਗਲ ਵਿੱਚ। ਉਹ ਸੈਣ ਸਮਝ ਕੇ ਪਰਮੇਸ਼ਰ ਦੇ ਗਲ 'ਚ ਪਾ ਦਿੱਤੀ। ਉਸ ਵੇਲੇ ਉਸ ਪਰਮੇਸ਼ਰ ਨੇ ਉਹ ਜਿਹੜੀ ਮਾਲਾ ਸੈਣ ਦੇ ਗਲ 'ਚ ਪਾਈ ਸੀ, ਪਰਮੇਸ਼ਰ ਸਮਝ ਕੇ ਰਾਜੇ ਨੇ ਉਹ ਚੌਂਕੜਾ ਮਾਰ ਕੇ ਬੈਠੇ ਸੈਣ ਜੀ ਦੇ ਗਲ 'ਚ ਪਾਤੀ। ਜਾ ਕੇ ਉਹਨੂੰ ਨਹੀਂ ਪਤਾ ਲੱਗਿਆ ਵੀ ਮੇਰੇ ਗਲ 'ਚ ਮਾਲਾ ਵੀ ਪੈ ਗਈ। ਉਵੇਂ ਜਿਵੇਂ ਡਿਊਟੀ ਕਰਦੇ ਰਹੇ। ਜਦੋਂ ਅੱਖਾਂ ਖੋਲੀਆਂ, ਸੁਰਤ ਆਈ, ਆਖਿਆ ਓਏ ਤੇ ਲੇਟ ਹੀ ਬੜੇ ਹੋ ਗਏ। ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸ਼ਰਮਾਈ। ਭਾਈ ਗੁਰਦਾਸ ਜੀ ਕਹਿੰਦੇ ਸਾਧੂਆਂ ਨੂੰ, ਮਹਾਂਪੁਰਸ਼ਾਂ ਨੂੰ ਵਿਦਿਆ ਕਰਕੇ ਸ਼ਰਮਸ਼ਾਰ ਹੁੰਦਾ ਹੋਇਆ, ਫਿਰ ਸੈਣ ਜੀ ਸ਼ਰਮਸ਼ਾਰ ਹੁੰਦੇ ਆਏ ਵੀ ਹੁਣ ਰਾਜਾ ਝਿੜਕੇਗਾ ਬੜਾ, ਅੱਜ ਡਿਊਟੀ ਨਹੀਂ ਕਰ ਸਕੇ, ਅੱਜ ਮੈਂ ਡਿਊਟੀ ਨਹੀਂ ਕਰ ਸਕਿਆ, ਅੱਜ ਝਿੜਕਾਂ ਪੈਣਗੀਆਂ। ਜਿਸ ਤਰੀਕੇ ਸਿਰ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਸਨ ਹੋਤੀ ਮਰਦਾਨ ਵਾਲੇ। ਰਾੜਾ ਸਾਹਿਬ ਦਾ ਨਾਂ ਕਰਮਸਰ ਸਾਹਿਬ ਹੈ। ਰਾੜਾ ਤੇ ਪਿੰਡ ਹੈ, ਤਾਂ ਕਰਕੇ ਰਾੜਾ ਸਾਹਿਬ ਕਹਿੰਦੀਆਂ ਨੇ ਸੰਗਤਾਂ। ਵੈਸੇ ਉਹਦਾ ਨਾਮ ਕਰਮਸਰ ਸਾਹਿਬ ਹੈ, ਕਰਮਸਰ। ਤੇ ਜਿਹੜੇ ਮਹਾਂਪੁਰਖ ਸਨ ਨਾ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਬੜੇ ਬੰਦਗੀ ਵਾਲੇ ਮਹਾਂਪੁਰਖ ਹੋਏ ਨੇ। ਪਹਿਲਾਂ ਫੌਜ ਵਿੱਚ ਸਨ ਤੇ ਉਹਨਾਂ ਦੀ ਡਿਊਟੀ ਹੁੰਦੀ ਸੀ ਹਫ਼ਤੇ ਬਾਅਦ ਪਹਿਰੇ ਤੇ ਖਲੋਣ ਦੀ। ਉਹਨਾਂ ਦਾ ਨੇਮ ਬਣਾਇਆ ਸੀ ਖੂਹ ਦੇ ਕੰਢੇ ਚੌਂਕੜਾ ਮਾਰ ਕੇ ਰੋਜ਼ ਬਹਿ ਕੇ ਭਜਨ ਕਰਨਾ। 4-5 ਘੰਟੇ ਬਹਿੰਦੇ ਸੀ। ਜਿਸ ਦਿਨ ਉਹਨਾਂ ਦਾ ਪਹਿਰਾ ਆਉਂਦਾ ਸੀ, ਖੂਹ ਵੀ ਨਾਲ ਹੀ ਸੀ, ਉੱਥੇ ਚੌਂਕੜਾ ਮਾਰ ਕੇ ਬਹਿ ਜਾਂਦੇ ਸੀ। ਹੁਣ ਲੱਗਣ ਵਾਲੇ ਬੰਦੇ ਵੀ ਵਿੱਚ ਹੁੰਦੇ ਹੀ ਨੇ ਚੁਗਲਖੋਰ। ਕੱਚੇ ਕੋਠਿਆਂ ਨੂੰ ਜੇਕਰ ਲਿੰਬੀਏ ਨਾ, ਆਖਰ ਢੈਂਦਿਆਂ ਢੈਂਦਿਆਂ ਟਹਿ ਜਾਂਦੇ। ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ, ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਉਦਮਬਾਜ਼ ਨਾ ਕੋਈ ਵੀ ਕੰਮ ਸਰਦਾ, ਆਖਰ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ। ਚੁਗਲਖੋਰ ਨਾ ਚੁਗਲੀਆਂ ਬਾਜ਼ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਲੱਗੀ ਦਿਲਾਂ ਦੀ ਬੁੱਝਣੀ ਬੜੀ ਔਖੀ, ਹੰਝੂ ਵਹਿੰਦਿਆਂ ਵਹਿੰਦਿਆਂ ਵਹਿ ਜਾਂਦੇ। ਸੰਗਤੇ ਦੁੱਖ ਵਿਛੋੜੇ ਦਾ ਬੁਰਾ ਹੁੰਦਾ ਹੈ, ਪਰ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਸਾਧ ਸੰਗਤ, ਜਿਹੜਾ ਚੁਗਲਖੋਰ ਬੰਦਾ ਹੁੰਦਾ, ਉਹਦੀ ਆਦਤ ਹੁੰਦੀ ਉਹ ਬਾਜ਼ ਨਹੀਂ ਆ ਸਕਦਾ। ਆਪਣੀ ਆਦਤ ਚੁਗਲੀ ਕਰਨੀ, ਗੱਲ ਇੱਧਰ ਦੀ ਉੱਧਰ ਕਰਨੀ, ਹੈ ਬੜੀ ਭੈੜੀ ਆਦਤ। ਪਰ ਉਹ ਇੱਕ ਈਰਖਾਲੂ ਹੈ। ਉਹਨੇ ਵੇਖਿਆ, ਜਦੋਂ ਉਹਨੇ ਜਾ ਕੇ ਵੱਡੇ ਅਫਸਰਾਂ ਨੂੰ ਸ਼ਿਕਾਇਤ ਕੀਤੀ, ਕਹਿੰਦਾ ਬੜੀ ਸੋਭਾ ਕਰਦੇ ਹੋ, ਕਰਮ ਸਿੰਘ ਬੜਾ ਚੰਗਾ ਹੈ,
ਉਹ ਡਿਊਟੀ ਦੇ ਸਮੇਂ ਚੌਂਕੜਾ ਮਾਰ ਕੇ ਭਜਨ ਵਿੱਚ ਬੈਠਾ ਹੈ। ਉਹ ਕਿਧਰੋਂ ਚੰਗਾ ਹੈ? ਜੇ ਕੁਝ ਹੋ ਗਈ ਬਾਅਦ ਘਾਟ ਤੇ ਫੇਰ ਆਫੀਸਰ ਕਹਿੰਦੇ ਅਸੀਂ ਨਹੀਂ ਮੰਨ ਸਕਦੇ, ਕਰਮ ਸਿੰਘ ਤੇ ਨਹੀਂ ਇਦਾਂ ਕਰ ਸਕਦਾ। ਕਹਿੰਦੇ ਕੀਤਾ ਹੈ। ਉਹ ਵੇਖੋ ਉਹ ਤੇ ਬੈਠਾ ਹੁੰਦਾ ਚੌਂਕੜਾ ਮਾਰ ਕੇ, ਜਦੋਂ ਵੀ ਉਹਦੀ ਡਿਊਟੀ ਆਉਂਦੀ ਉੱਥੇ ਬਹਿ ਜਾਂਦਾ ਜਾ ਕੇ। ਕਹਿੰਦੇ ਅਗਲੀ ਵਾਰ ਵੇਖਾਂਗੇ, ਚੈੱਕ ਕਰਾਂਗੇ, ਛਾਪਾ ਮਾਰਾਂਗੇ। ਜਦੋਂ ਅਗਲੀ ਵਾਰੀ ਆਇਆ ਤੇ ਉਹਨੇ ਬੰਦੇ ਨੇ ਫਿਰ ਵੇਖ ਲਿਆ ਮਹਾਂਪੁਰਖ ਬੈਠੇ ਚੌਂਕੜਾ ਮਾਰ ਕੇ। ਉਹਨੇ ਜਾ ਕੇ ਸ਼ਿਕਾਇਤ ਕੀਤੀ, ਕਹਿੰਦਾ ਜਾ ਕੇ ਵੇਖ ਲਓ ਹੁਣ ਪਹਿਰੇ ਤੇ ਨਹੀਂ, ਉੱਥੇ ਬੈਠਾ ਖੂਹ ਤੇ, ਪਹਿਰੇ ਤੇ ਕੋਈ ਨਹੀਂ ਹੈ। ਆਫੀਸਰ ਗਏ, ਉਹਨਾਂ ਜਾ ਕੇ ਵੇਖਿਆ ਪਹਿਰੇ ਉੱਤੇ ਖਲੋਤੇ ਉਵੇਂ ਹੀ ਡਿਊਟੀ ਕਰ ਰਹੇ ਨੇ। ਉਹਨਾਂ ਨੇ ਅਗਲੇ ਦਿਨ ਉਹਨੂੰ ਸੱਦ ਲਿਆ ਜਿਹਨੇ ਚੁਗਲੀ ਕੀਤੀ ਸੀ। ਕਹਿੰਦੇ ਰਾਤ ਨੂੰ ਸਾਨੂੰ ਐਵੇਂ ਭਾਜੜ ਪਾਤੀ, ਕਰਮ ਸਿੰਘ ਤੇ ਪਹਿਰੇ ਤੇ ਸੀ, ਅਸੀਂ ਰਾਤ ਚੈੱਕ ਕਰਕੇ ਆਏ। ਉਹ ਕਹਿੰਦੇ ਜੀ ਨਹੀਂ ਸੀ ਪਹਿਰੇ ਤੇ, ਮੈਂ ਆਪ ਵੇਖ ਕੇ ਆਇਆ, ਉਹ ਤੇ ਖੂਹ ਤੇ ਬੈਠਾ ਭਜਨ ਕਰਦਾ ਸੀ। ਕਹਿੰਦੇ ਨਹੀਂ ਅਸੀਂ ਪਹਿਰੇ ਤੇ ਵੇਖ ਕੇ ਆਇਆ। ਕਹਿੰਦੇ ਉਸੇ ਨੂੰ ਸੱਦਨੇ ਆ, ਪੁੱਛਨੇ ਆ। ਬੁਲਾਇਆ, ਆਖਣ ਲੱਗੇ ਕਰਮ ਸਿੰਘ ਜੀ ਤੁਸੀਂ ਕਿੱਥੇ ਸੋ ਰਾਤ? ਸੱਚ ਦੱਸੀ। ਕਹਿੰਦੇ ਝੂਠ ਨਾ ਬੋਲੀਓ, ਜਿਹੜੇ ਸ਼ਿਕਾਇਤ ਕਿਉਂ ਬੋਲਦਾ ਹੈ, ਸੱਚ ਦੱਸੀ। ਕਹਿੰਦੇ ਝੂਠ ਬੋਲਣਾ ਸਾਡੇ ਗੁਰੂ ਨੇ ਸਿਖਾਇਆ ਹੀ ਨਹੀਂ। ਸੱਚਾਈ ਇਹ ਹੈ ਕਿ ਮੈਂ ਤੇ ਖੂਹ ਦੇ ਕੰਢੇ ਚੌਂਕੜਾ ਮਾਰ ਕੇ ਬੈਠ ਕੇ ਭਜਨ ਕਰਦਾ ਸੀ। ਆਫੀਸਰ ਕਹਿੰਦੇ ਨਹੀਂ ਕਰਮ ਸਿਆ ਤੂੰ ਭਜਨ ਨਹੀਂ ਸਹਿ ਕਰਦਾ, ਅਸੀਂ ਤੈਨੂੰ ਵੇਖ ਕੇ ਆਏ ਆ, ਤੂੰ ਤੇ ਚੌਂਕੜਾ ਮਾਰ ਕੇ ਬੈਠਾ ਸੀ। ਵਾਹਿਗੁਰੂ ਅਸੀਂ ਤੈਨੂੰ ਵੇਖ ਕੇ ਆ, ਤੂੰ ਪਹਿਰੇ ਤੇ ਸੀ। ਮਹਾਂਪੁਰਖ ਕਹਿੰਦੇ ਨਹੀਂ ਮੈਂ ਪਹਿਰੇ ਤੇ ਨਹੀਂ ਗਿਆ। ਸਚਾਈ ਇਹ ਸੱਚ ਬੋਲਦਾ ਹੈ, ਜਿਹਨੇ ਸ਼ਿਕਾਇਤ ਕੀਤੀ ਇਹ ਸੱਚ ਬੋਲਦਾ। ਅਸੀਂ ਤੈਨੂੰ ਵੇਖਿਆ ਪਹਿਰੇ ਤੇ ਖਲੋਤਾ ਸੈਂ, ਮੈਂ ਪਹਿਰੇ ਤੇ ਨਹੀਂ ਸਾਂ। ਜੇ ਤੂੰ ਨਹੀਂ ਸੈਂ ਤੇ ਫਿਰ ਉਹ ਕੌਣ ਸੀ? ਜੇ ਤੂੰ ਨਹੀਂ ਸੈਂ ਪਹਿਰੇ ਤੇ ਕੌਣ ਸੀ? ਮਹਾਂਪੁਰਖ ਕਹਿੰਦੇ ਵੀ ਮੈਂ ਤੇ ਫਿਰ ਇਹੀ ਕਹਾਂਗਾ ਜਿਹਦੇ ਪਿਆਰ 'ਚ ਮੈਂ ਜੁੜਨਾ ਉਹਨੇ ਕਿਰਪਾ ਕੀਤੀ।